ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਦਲਾਰੀ ਸਾਧ ਸੰਗਤ, ਆਪ ਜੀ ਨੇ ਪਿਛਲੇ ਐਪੀਸੋਡ ਦੇ ਵਿੱਚ ਜਿਸ ਬ੍ਰਹਿਮੰਡ ਦੇ ਵਿੱਚ ਸਾਡਾ ਭਾਰਤ ਵਰਸ਼ ਵੱਸਦਾ ਹੈ ਉਸ ਦੇ ਬਾਰੇ ਥੋੜ੍ਹਾ ਵਿਖਿਆਨ ਸਰਵਣ ਕੀਤਾ, ਪਰ ਕਈ ਸੰਗਤਾਂ ਦਾ ਵਿਚਾਰ ਸੀ, ਉਹਨਾਂ ਦੇ ਵਿਚਾਰ ਸੁਣਨ ਦੇ ਵਿੱਚ ਮਿਲੇ ਔਰ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਥੋੜ੍ਹਾ ਜਿਹਾ ਇਸ ਬ੍ਰਹਿਮੰਡ ਦੇ ਬਾਰੇ ਹੋਰ ਵਰਣਨ ਕਰੋ ਤਾਂ ਕਿ ਸਾਡੇ ਗਿਆਨ ਦੇ ਵਿੱਚ ਵਾਧਾ ਹੋ ਸਕੇ। ਸੋ ਪਿਆਰੀ ਸਾਧ ਸੰਗਤ, ਆਪ ਜੀ ਦੇ ਚਰਨਾਂ ਵਿੱਚ ਦਾਸ ਹਾਜ਼ਰ ਹੈ। ਸੋ ਆਪਾਂ ਰਲ ਕੇ ਸਾਰੇ ਵਿਚਾਰ ਕਰੀਏ ਇਸ ਚੀਜ਼ ਦੀ ਕਿ ਜੋ ਬ੍ਰਹਿਮੰਡ ਹੈ ਇਹ ਕਿਸ ਤਰ੍ਹਾਂ ਦਾ ਹੈ। ਬ੍ਰਹਿਮੰਡ ਦਾ ਆਕਾਰ ਆਂਡੇ ਦੀ ਸ਼ਕਲ ਦਾ ਹੈ। ਜਿਸ ਤਰ੍ਹਾਂ ਆਂਡਾ ਹੁੰਦਾ ਹੈ, ਮੱਧ ਦੇ ਵਿੱਚੋਂ ਚੌੜਾ ਅਤੇ ਉੱਪਰੋਂ ਤੋਂ ਥੱਲਿਓਂ ਉਸ ਦੀ ਚੌੜਾਈ ਘੱਟ ਹੁੰਦੀ ਹੈ, ਗੁੜਾਈ ਘੱਟ ਹੁੰਦੀ ਹੈ। ਇਸੇ ਤਰ੍ਹਾਂ ਦਾ ਸਾਡਾ ਇਹ ਬ੍ਰਹਿਮੰਡ ਹੈ, ਜਿਸ ਦੇ ਵਿੱਚ 14 ਲੋਕ ਹਨ। 14 ਲੋਕ ਇੱਕ ਬ੍ਰਹਿਮੰਡ ਦੇ ਵਿੱਚ ਹੁੰਦੇ ਹਨ। ਉਹ 14 ਲੋਕ ਕਿਹੜੇ ਹਨ, ਪਿਛਲੇ ਐਪੀਸੋਡਾਂ ਦੇ ਵਿੱਚ ਵੀ ਕਿਤੇ ਕਿਤੇ ਜ਼ਿਕਰ ਕੀਤਾ ਹੈ। ਪਿਆਰੀ ਸਾਧ ਸੰਗਤ, ਥੱਲੇ ਦੇ ਜਿਹੜੇ 7 ਲੋਕ ਹਨ ਉਹ ਹਨ ਅਤਲ, ਬਿਤਲ, ਸੁਤਲ, ਮਹਾਤਲ, ਰਸਾਤਲ ਅਤੇ ਪਤਾਲ। ਇੱਕ ਵਾਰੀ ਫਿਰ ਸਰਵਣ ਕਰੋ। ਅਤਲ, ਬਿਤਲ, ਸੁਤਲ, ਤਲਾਤਲ, ਮਹਾਤਲ ਅਤੇ ਰਸਾਲ, ਪਤਾਲ। ਇਹ 7 ਲੋਕ ਥੱਲੇ ਦੇ ਹਨ। ਉੱਪਰਲੇ ਜਿਹੜੇ 7 ਲੋਕ ਹਨ, ਭੂਲੋਕ, ਭਾਵਲੋਕ, ਜਨਲੋਕ, ਮਹਿਲੋਕ, ਸਤਲੋਕ ਅਤੇ ਬ੍ਰਹਮਲੋਕ। ਇਹ ਉੱਪਰਲੇ 7 ਹਨ। ਪਿਆਰੀ ਸਾਧ ਸੰਗਤ, ਇੱਕ ਵਾਰੀ ਫਿਰ ਸਰਵਣ ਕਰੋ। ਭੂਲੋਕ, ਭਾਵਲੋਕ, ਜਨਲੋਕ, ਮਹਿਲੋਕ, ਸਤਲੋਕ ਅਤੇ ਬ੍ਰਹਮਲੋਕ। ਇਹ ਉੱਪਰਲੇ 7 ਹਨ। ਜਿੱਥੇ ਅਸੀਂ ਵੱਸਦੇ ਹਾਂ ਇਹ ਧਰਤੀ ਦਾ ਮੱਧ ਹੈ। ਇਹਨਾਂ 14 ਧਰਤੀਆਂ ਦਾ ਮੱਧ ਹੈ ਭੂਲੋਕ। ਸੋ ਪਿਆਰੀ ਸਾਧ ਸੰਗਤ, ਇਸ ਭੂਲੋਕ ਦੇ ਵਿੱਚ 7 ਸਮੁੰਦਰ, ਜੋ ਕਿ ਪੁਰਾਣਾਂ ਦੇ ਵਿੱਚ ਜ਼ਿਕਰ ਹੈ। 7 ਸਮੁੰਦਰ ਉਹ ਕਿਸ ਤਰ੍ਹਾਂ ਦੇ ਹਨ। ਇੱਕ ਕਸ਼ੀਰ ਸਮੁੰਦਰ ਹੈ, ਜਿਹੜਾ ਦੁੱਧ ਦਾ ਸਮੁੰਦਰ ਹੈ। ਕਸ਼ੀਰ ਦੁੱਧ ਨੂੰ ਆਖਦੇ ਹਨ, ਇਹ ਸੰਸਕ੍ਰਿਤ ਦਾ ਲਫ਼ਜ਼ ਹੈ। ਇਹ ਕਸ਼ੀਰ ਲੋਕ ਜਿਹੜਾ ਹੈ ਇਹ ਦੁੱਧ ਦਾ ਸਮੁੰਦਰ ਹੈ, ਜਿਸ ਦੇ ਵਿੱਚ ਵਿਸ਼ਨੂੰ ਭਗਵਾਨ ਦਾ ਵਾਸਾ ਹੈ। ਸ਼ੇਸ਼ ਨਾਗ ਦੀ ਸੇਜਾ ਦੇ ਉੱਤੇ ਵਿਸ਼ਨੂੰ ਭਗਵਾਨ ਲੇਟੇ ਹੋਏ ਹਨ ਅਤੇ ਸ਼ੇਸ਼ ਨਾਗ ਦੇ ਸਿਰ ਦੇ ਉੱਤੇ ਇਹ 14 ਲੋਕਾਂ ਦਾ ਵਾਸਾ ਹੈ। ਜਿਹੜਾ ਦੁੱਧ ਦਾ ਸਮੁੰਦਰ ਹੈ ਇਹ ਖੀਰ ਸਮੁੰਦਰ ਹੈ। ਇੱਕ ਹੈ ਈਖ ਰਸ ਦਾ ਸਮੁੰਦਰ। ਈਖ ਤੋਂ ਭਾਵ ਹੈ ਗੰਨੇ ਦਾ ਰਸ। ਈਖ ਆਖਦੇ ਹਨ ਗੰਨੇ ਨੂੰ। ਇਹ ਜੋ ਗੰਨੇ ਦਾ ਰਸ ਦਾ ਸਮੁੰਦਰ ਹੈ ਇਹ ਵੀ ਇੱਕ ਸਮੁੰਦਰ ਹੈ। ਇਹ ਵੀ ਧਰਤੀ ਦੇ ਦੁਆਲੇ ਹੈ। ਇਹ ਕਿਸੇ ਹੋਰ ਦੀਪ ਦੇ ਵਿੱਚ ਪੈਂਦਾ ਹੈ। ਪਿਆਰੀ ਸਾਧ ਸੰਗਤ, ਇੱਕ ਜਾਮਣ ਦੇ ਰਸ ਦਾ ਸਮੁੰਦਰ ਹੈ।
ਇੱਕ ਸ਼ਹਿਦ ਦਾ ਸਮੁੰਦਰ ਹੈ ਅਤੇ ਇੱਕ ਮਿੱਠੇ ਪਾਣੀ ਦਾ ਸਮੁੰਦਰ ਹੈ, ਅਤੇ ਇੱਕ ਜਿਸ ਦੇ ਵਿੱਚ ਅਸੀਂ ਵੱਸਦੇ ਹਾਂ ਇਹਦੇ ਦੁਆਲੇ ਖਾਰੇ ਪਾਣੀ ਦਾ ਸਮੁੰਦਰ ਹੈ। ਸੋ ਪਿਆਰੀ ਸਾਧ ਸੰਗਤ, ਇਸ ਤਰ੍ਹਾਂ ਦੇ ਸਮੁੰਦਰ ਗਿਣੇ ਗਏ ਹਨ ਪੁਰਾਣਾਂ ਦੇ ਵਿੱਚ। ਖਾਸ ਕਰਕੇ ਜੋ ਸ਼੍ਰੀਮਦ ਭਗਵਤ ਪੁਰਾਣ ਹੈ, ਇਹ ਮਹਾਰਿਸ਼ੀ ਵਿਆਸ ਜੀ ਦਾ ਰਚਿਆ ਹੋਇਆ ਹੈ। ਇਸ ਦੇ 12 ਕਾਂਡ ਹਨ। ਇਸ ਦੇ ਵਿੱਚ ਵਰਣਨ ਕੀਤਾ ਗਿਆ ਹੈ ਇਹਨਾਂ 7 ਸਮੁੰਦਰਾਂ ਦਾ ਔਰ 14 ਲੋਕਾਂ ਦਾ। 14 ਲੋਕਾਂ ਦੇ ਵਿੱਚ ਇੱਕ ਬ੍ਰਹਿਮੰਡ ਦੇ ਵਿੱਚ ਇੱਕ ਵਿਸ਼ਨੂੰ ਭਗਵਾਨ, ਇੱਕ ਬ੍ਰਹਮਾ, ਇੱਕ ਸ਼ਿਵ, 3 ਦੇਵਤੇ ਵਸਦੇ ਹਨ। ਬਾਣੀ ਜ਼ਿਕਰ ਕਰਦੀ ਹੈ ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਈ ਦੀਵਾਨ। 3 ਦੇਵਤੇ ਹਨ। ਬ੍ਰਹਮਾ ਉਤਪੰਨ ਕਰਦੇ ਹਨ, ਵਿਸ਼ਨੂੰ ਪਾਲਣ ਕਰਦੇ ਹਨ, ਅਤੇ ਜੋ ਸ਼ਿਵ ਹਨ ਇਹ ਸੰਘਾਰ ਕਰਦੇ ਹਨ। ਸੋ ਪਿਆਰੀ ਸਾਧ ਸੰਗਤ, ਇਸ ਦੇ ਵਿੱਚ ਇੱਕ ਸੂਰਜ ਹੈ, ਇੱਕ ਚੰਦ ਹੈ, ਇੱਕ ਧਰੁਵ ਹੈ, ਅਤੇ ਸਾਰੇ ਇਹਨਾਂ 14 ਲੋਕਾਂ ਦਾ ਵਿਖਿਆਨ ਸਾਨੂੰ ਪੁਰਾਣਾਂ ਦੇ ਵਿੱਚ, ਵੇਦਾਂ ਦੇ ਵਿੱਚ ਮਿਲਦਾ ਹੈ। ਕਈ ਲੋਕਾਂ ਦਾ ਇਹ ਵਿਚਾਰ ਹੈ ਕਿ ਇਹ ਜੋ ਵਿਖਿਆਨ ਹੈ ਇਹ ਝੂਠ ਹੈ, ਪਰ ਪਿਆਰੀ ਸਾਧ ਸੰਗਤ, ਬਾਣੀ ਆਖਦੀ ਹੈ ਵੇਦ ਕਤੇਬ ਕਹੂ ਮਤ ਝੂਠੇ, ਝੂਠਾ ਜੋ ਨਾਮ ਵਿਚਾਰੇ। ਇਹ ਵੇਦਾਂ ਕਤੇਬਾਂ ਨੂੰ ਝੂਠੇ ਨਹੀਂ ਆਖਿਆ ਜਾ ਸਕਦਾ, ਪਰ ਸਾਡੀ ਜਾਣਨ ਵਾਲੀ ਬੁੱਧੀ ਮਲੀਨ ਹੈ, ਜਿਸ ਨੂੰ ਅਸੀਂ ਜਾਣ ਨਹੀਂ ਸਕਦੇ। ਜਿਨ੍ਹਾਂ ਨੇ ਇਹਨਾਂ ਦਾ ਵਰਣਨ ਕੀਤਾ ਹੈ, ਰਿਸ਼ੀਆਂ ਮਹਾਰਿਸ਼ੀਆਂ ਨੇ, ਅਵਤਾਰਾਂ ਨੇ, ਉਹ ਸਮਰੱਥ ਸਨ, PhD ਦੀ ਡਿਗਰੀ ਕੀਤੀ ਹੋਈ ਸੀ, ਅਤੇ ਅਸੀਂ ਪਹਿਲੀ ਦੂਜੀ ਵਿੱਚ ਪੜ੍ਹਨ ਵਾਲੇ ਲੋਕ ਉਹਨਾਂ ਦੀ ਬੁੱਧੀ ਦਾ ਬਰਾਬਰ ਨਹੀਂ ਕਰ ਸਕਦੇ। ਸੋ ਪਿਆਰੀ ਸਾਧ ਸੰਗਤ, ਇਹ ਜੋ ਇਸ ਲੋਕ ਦੇ ਵਿੱਚ ਅਸੀਂ ਵੱਸਦੇ ਹਾਂ, ਇਹ ਇੱਕ ਬ੍ਰਹਿਮੰਡ ਹੈ। ਇੱਥੇ ਤਰ੍ਹਾਂ ਤਰ੍ਹਾਂ ਦੀ ਦੁਨੀਆ, ਤਰ੍ਹਾਂ ਤਰ੍ਹਾਂ ਦੇ ਮਨੁੱਖ, ਤਰ੍ਹਾਂ ਤਰ੍ਹਾਂ ਦੀਆਂ ਯੋਨੀਆਂ, 84 ਲੱਖ ਜੂਨਾਂ ਦਾ ਵਰਣਨ ਕੀਤਾ ਹੈ। 20 ਲੱਖ ਸੁਸਥਾਵਰ ਜਾਨੋ, 9 ਲੱਖ ਸਭ ਜਲਚਰ ਮਾਨੋ, 11 ਲੱਖ ਕਿਰਮ ਕਵੀ ਗਾਏ, ਪੰਖੀ ਗਣ 10 ਲੱਖ ਬਤਾਏ, 30 ਲੱਖ ਪਸ਼ੂ ਜਾਨੋ ਭਾਈ, 4 ਲੱਖ ਬਾਨਰ ਦੁਖਦਾਈ, ਜਬ ਜੈ 84 ਮਿਟ ਜਾਵੇ, ਤਬ ਮਨੁੱਖੇ ਤਨ ਕੋ ਪਾਵੇ। ਇਹ ਜੋ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਇਹ ਬਿਲਕੁਲ ਸਹੀ ਹੈ। ਗਾਵਨ ਤੁਧਨੂੰ ਖੰਡ ਮੰਡਲ ਬ੍ਰਹਿਮੰਡ, 9 ਖੰਡ ਪ੍ਰਿਥਵੀ, ਫਿਰੇ ਚਿਰ ਜੀਵੇ, ਮਹਾ ਉਦਾਸ ਤਪੀ ਸ਼ਰਤੀਵੇ। 9 ਖੰਡ ਪ੍ਰਿਥਵੀ ਹੈ, 7 ਸਮੁੰਦਰ ਹਨ। 9 ਖੰਡ ਪ੍ਰਿਥਵੀ ਦੇ ਵਿੱਚ ਬਾਬਾ ਨਾਨਕ ਗਏ, 9 ਖੰਡਾਂ ਦੀ ਸੈਰ ਕਰਕੇ ਮੁੜ ਕੇ ਫਿਰ ਕਰਤਾਰਪੁਰ ਦੇ ਵਿੱਚ ਆ ਕੇ ਬੱਸਾ ਲਿਆ। ਸੋ ਪਿਆਰੀ ਸਾਧ ਸੰਗਤ, ਇਹ ਜੋ ਬ੍ਰਹਿਮੰਡ ਹੈ, ਇਸ ਦੇ ਮੱਧ ਦੇ ਵਿੱਚ ਅਸੀਂ ਵਸ ਰਹੇ ਹਾਂ। ਇਹ ਭੂ ਲੋਕ ਹੈ, ਜਿਸ ਦੇ ਵਿੱਚ 84 ਲੱਖ ਜੂਨਾਂ ਹਨ, 96 ਕਰੋੜ ਮੇਘਮਾਲਾ ਹੈ, 33 ਕਰੋੜ ਦੇਵਤਾ ਹਨ, 9 ਖੰਡ ਪ੍ਰਿਥਵੀ ਹੈ, 7 ਸਮੁੰਦਰ ਹਨ, ਤਰ੍ਹਾਂ ਤਰ੍ਹਾਂ ਦੀਆਂ ਯੋਨਾਂ ਹਨ, ਤਰ੍ਹਾਂ ਤਰ੍ਹਾਂ ਦੇ ਦੇਵਤੇ ਹਨ, ਯਕਸ਼ ਹਨ, ਰਾਖਸ਼ ਹਨ, ਕਿੰਨਰ ਹਨ, ਗੰਧਰਵ ਹਨ, ਪਿੱਤਰ ਲੋਕ ਹੈ, ਸਵਰਗ ਲੋਕ ਹੈ, ਨਰਕ ਲੋਕ ਹੈ, ਔਰ ਕੀ ਵਰਣਨ ਕਰੀਏ। ਬਾਣੀ ਇਹਨਾਂ ਚੀਜ਼ਾਂ ਦਾ ਬਾਰ-ਬਾਰ ਵਿਖਿਆਨ ਕਰਦੀ ਹੈ। ਪਿਆਰੀ ਸਾਧ ਸੰਗਤ, ਇਹਨਾਂ ਚੀਜ਼ਾਂ ਨੂੰ ਮੰਨਣਾ ਪਵੇਗਾ। ਜੇ ਮੰਨਣ ਸ਼ਕਤੀ ਨਾ ਹੋਵੇ ਤਾਂ ਫਿਰ ਉਸ ਸੱਤ ਦਾ ਸਾਨੂੰ ਆਭਾਸ ਨਹੀਂ ਹੋ ਸਕਦਾ। ਜੇ ਮੰਨਾਂਗੇ
ਤਾਂ ਉਸ ਤੋਂ ਪਹਿਲਾਂ ਸਰਵਣ ਕਰਾਂਗੇ। ਜੇ ਸਰਵਣ ਕਰਾਂਗੇ ਤਾਂ ਉਸ ਤੋਂ ਬਾਅਦ ਮੰਨਾਂਗੇ। ਜਦੋਂ ਮੰਨਾਂਗੇ ਤਾਂ ਫਿਰ ਸਾਨੂੰ ਆਤਮ ਸਾਖਸ਼ਾਤਕਾਰ ਹੋਵੇਗਾ। ਇੱਕ ਅਨੁਭਵ ਦਾ ਵਿਸ਼ਾ ਹੈ। ਜਦੋਂ ਅਸੀਂ ਸਮਾਧੀ ਲੀਨ ਹੁੰਦੇ ਹਾਂ ਤਾਂ ਉਸ ਸਮਾਧੀ ਦੇ ਵਿੱਚ ਸਾਨੂੰ ਖੰਡ ਬ੍ਰਹਿਮੰਡਾਂ ਦੇ ਦਰਸ਼ਨ ਹੋ ਸਕਦੇ ਹਨ। ਇਹਨਾਂ ਅੱਖਾਂ ਦੀ ਦ੍ਰਿਸ਼ਟੀ ਕਿਲੋ 2 ਕਿਲੋਮੀਟਰ ਤੱਕ ਜਾ ਕੇ ਸਮਾਪਤ ਹੋ ਜਾਂਦੀ ਹੈ। ਇਹ ਜੇ ਚਰਮ ਚਕਸ਼ੂ ਹਨ ਸਾਡੇ, ਪਰ ਜਿਹੜੀ ਅੰਤਰ ਦ੍ਰਿਸ਼ਟੀ ਹੈ, ਤੀਸਰੀ ਅੱਖ ਹੈ, ਉਹ ਖੰਡਾਂ ਬ੍ਰਹਿਮੰਡਾਂ ਤੱਕ ਦੇਖ ਸਕਦੀ ਹੈ। ਜਿਨ੍ਹਾਂ ਦੇ ਉਹ ਦਿਵ ਚਕਸ਼ੂ ਖੁੱਲ੍ਹ ਗਏ ਹਨ, ਪਿਆਰੀ ਸਾਧ ਸੰਗਤ, ਉਹ ਦੇਖ ਸਕਦੇ ਹਨ। ਜਿਨ੍ਹਾਂ ਦੇ ਗੁਰੂ ਸਮਰੱਥ ਹੁੰਦੇ ਹਨ, ਉਹ ਦਿਖਾ ਵੀ ਸਕਦੇ ਹਨ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਇੱਕ ਕਾਜੀ ਦੇ ਪੁੱਤਰ ਨੂੰ ਦਿਖਾਇਆ ਸੀ, ਖੰਡਾਂ ਬ੍ਰਹਿਮੰਡਾਂ ਦੀ ਸੈਰ ਕਰਾਈ ਸੀ। ਸੋ ਪਿਆਰੀ ਸਾਧ ਸੰਗਤ, ਜੇਕਰ ਇਹਨਾਂ ਚੀਜ਼ਾਂ ਦੀ ਬਾਗ ਵੀ ਲੈਣੀ ਹੋਵੇ, ਅਨੁਭਵ ਕਰਨਾ ਹੋਵੇ, ਤਾਂ ਫਿਰ ਕਿਸੇ ਅਭਿਆਸੀ ਪੁਰਸ਼ ਦੇ ਕੋਲ ਬੈਠ ਕੇ ਅਨੁਭਵ ਕੀਤਾ ਜਾ ਸਕਦਾ ਹੈ। ਇਹ ਗੱਲਾਂ ਦੀ ਕਹਾਣੀ ਨਹੀਂ ਹੈ, ਇਹ ਇੱਕ ਅਨੁਭਵ ਦੀ ਕਹਾਣੀ ਹੈ। ਇਹ ਇੱਕ ਮਾਇਆ ਤੋਂ ਪਰੇ ਦੀ ਗੱਲ ਹੈ। ਇਹ ਅਨੁਭਵ ਦਾ ਵਿਸ਼ਾ ਹੈ। ਦਿਸ ਇਜ਼ ਦਾ ਸਬਜੈਕਟ ਆਫ ਰਿਅਲਾਈਜੇਸ਼ਨ in between ਸਮਰੱਥ ਸਤਿਗੁਰੂ and reliable ਸਿੱਖ। ਇਹ ਇੱਕ ਆਮ ਕਹਾਣੀ ਨਹੀਂ ਹੈ, ਇਹ ਆਮ ਬੰਦੇ ਦਾ ਵਿਸ਼ਾ ਨਹੀਂ ਹੈ। ਇੱਕ ਪਰਮ ਸਤਰੂਪ ਜੋ ਪਰਮੇਸ਼ਰ ਦੀ ਸੱਤਿਆ ਹੈ, ਉਸ ਨੂੰ ਅਨੁਭਵ ਕਰਨ ਵਾਲੀ ਜੋ ਵਿਸ਼ੇਸ਼ ਬੁੱਧੀ ਹੈ, ਜੋ ਕਿਸੇ ਕਿਸੇ ਇਨਸਾਨ ਨੂੰ ਮਿਲਦੀ ਹੈ, ਜਿਸ ਦੇ ਮਸਤਕ ਦੇ ਭਾਗ ਚੰਗੇ ਹੁੰਦੇ ਹਨ, ਉਹੀ ਇਹਨਾਂ ਚੀਜ਼ਾਂ ਨੂੰ ਰਿਅਲਾਈਜ਼ ਕਰ ਸਕਦਾ ਹੈ, ਅਨੁਭਵ ਕਰ ਸਕਦਾ ਹੈ, ਆਪਣੇ ਅੰਦਰ ਦੇਖ ਸਕਦਾ ਹੈ, ਆਪਣੇ ਗਰੀਵਾਨ ਦੇ ਵਿੱਚ ਝਾਕ ਕੇ ਸਾਰਾ ਕੁਝ ਦੇਖ ਸਕਦਾ ਹੈ। ਜੋ ਪਿੰਡੇ ਸੋ ਬ੍ਰਹਿਮੰਡੇ, ਜੋ ਖੋਜੇ ਸੋ ਪਾਵੇ, ਪੀਪਾ ਪਰਣਵੇ ਪਰਮ ਤਤ ਹੈ, ਸਤਿਗੁਰੂ ਹੋਏ ਲਿਖਾਵੇ। ਜੇਕਰ ਇੱਕ ਇੱਟਾਂ ਦੀ ਚਣਾਈ ਕਰਨ ਵਾਲਾ ਮਿਸਤਰੀ ਇੱਕ ਗੁਰੂ ਧਾਰ ਕੇ ਹੀ ਮਿਸਤਰੀ ਬਣ ਸਕਦਾ ਹੈ, ਆਪਣੇ ਆਪ ਮਿਸਤਰੀ ਨਹੀਂ ਬਣ ਸਕਦਾ। ਜੇ ਇੱਕ ਤਰਖਾਣ ਲੱਕੜੀ ਦਾ ਕੰਮ ਕਿਸੇ ਤੋਂ ਸਿੱਖ ਕੇ ਹੀ ਕਰ ਸਕਦਾ ਹੈ, ਤਾਂ ਇਹ ਇੱਕ ਰੱਬ ਦਾ ਵਿਸ਼ਾ ਹੈ। ਪਿਆਰੀ ਸਾਧ ਸੰਗਤ, ਇਹ ਵੀ ਗੁਰੂ ਤੋਂ ਬਗੈਰ ਪੂਰਾ ਨਹੀਂ ਹੋ ਸਕਦਾ। ਜਿਹੜਾ ਕਵੇ ਮੈਂ ਆਪਣੇ ਆਪ ਹੀ ਕਰ ਲਿਆ, ਉਸ ਨੂੰ ਇਸ ਤਰ੍ਹਾਂ ਸਮਝਣਾ ਚਾਹੀਦਾ ਹੈ ਕਿ ਇਹ ਇੱਕ ਅਗਿਆਨੀ ਹੈ। ਗੁਰੂ ਤੋਂ ਬਗੈਰ ਗਿਆਨ ਨਹੀਂ ਹੁੰਦਾ, ਗੁਰ ਬਿਨ ਗਿਆਨ ਨਾ ਹੋਏ। ਬਾਣੀ ਦੇ ਵਿੱਚ ਇਹਨਾਂ ਚੀਜ਼ਾਂ ਦਾ ਵਾਰ-ਵਾਰ ਜ਼ਿਕਰ ਆਉਂਦਾ ਹੈ। ਸੋ ਪਿਆਰੀ ਸਾਧ ਸੰਗਤ, ਇਹ ਬ੍ਰਹਿਮੰਡ ਦੀ ਰਚਨਾ ਵੱਖ-ਵੱਖ ਤਰ੍ਹਾਂ ਦੀ ਹੈ, ਤਰ੍ਹਾਂ ਤਰ੍ਹਾਂ ਦੀ ਕੁਦਰਤ ਹੈ, ਤਰ੍ਹਾਂ ਤਰ੍ਹਾਂ ਦੇ ਪਹਾੜ ਹਨ, ਤਰ੍ਹਾਂ ਤਰ੍ਹਾਂ ਦੀਆਂ ਨਦੀਆਂ ਹਨ, ਤਰ੍ਹਾਂ ਤਰ੍ਹਾਂ ਦੇ ਨਾਲੇ ਹਨ, ਔਰ ਤਰ੍ਹਾਂ ਤਰ੍ਹਾਂ ਦੇ ਸਮੁੰਦਰ ਹਨ। ਅਸੀਂ ਕਿੱਥੇ ਜਾ ਕੇ ਟਿਕਣਾ ਹੈ, ਇਹ ਸਾਡਾ ਅਨੁਭਵ ਹੀ ਸਾਨੂੰ ਦੱਸੇਗਾ। ਇਸ ਕਰਕੇ ਇਸ ਬ੍ਰਹਿਮੰਡ ਦੀ ਆਪਣੇ ਅਨੁਭਵ ਦੇ ਵਿੱਚ ਜਾ ਕੇ ਸੈਰ ਕਰੋ ਔਰ ਪ੍ਰਤੱਖ ਰੂਪ ਦੇ ਵਿੱਚ ਦੇਖੋ। ਇੱਕ ਗੁਰੂ ਅਤੇ ਸ਼ਿਸ਼ ਬੈਠੇ ਹਨ। ਗੁਰੂ ਆਖ ਰਹੇ ਹਨ ਕਿ ਇਹ ਸ਼ਿਸ਼ ਇਸ ਤਰ੍ਹਾਂ ਪ੍ਰਾਪਤ ਹੁੰਦਾ ਹੈ, ਅਤੇ ਸ਼ਿਸ਼ ਆਖਦਾ ਹੈ ਮੈਂ ਨਾ ਮਾਨੂੰ ਗੁਰੂ ਕੀ ਕਹਿਣੀ, ਜਬ ਨਾ ਦੇਖੂੰ ਆਪਣੀ ਨੈਣੀ। ਅਤੇ ਗੁਰੂ ਆਖਦੇ ਹਨ ਐ ਸ਼ਿਸ਼ ਰਹਿ ਮੇਰੀ ਰਹਿਣੀ, ਅਤੇ ਦੇਖ ਆਪਣੀ ਨੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।